ਤੁਹਾਡੇ ਕੋਲ ਸਾਰੀ ਜ਼ਿੰਦਗੀ ਹੈਗੀ ਆ ਪ੍ਰੋਪਰਟੀ ਓਨ ਕਰਨ ਦੀ, ਦੈਟਸ ਨੋ ਪ੍ਰੋਬਲਮ। ਜੇ ਤੁਸੀਂ 20 ਸਾਲਾਂ ਦੇ ਵਿੱਚ ਨਹੀਂ ਲੈ ਸਕਦੇ, 30 ਸਾਲਾਂ 'ਚ ਲੈ ਸਕਦੇ, ਜੇ 30 ਸਾਲਾਂ 'ਚ ਨਹੀਂ ਲੈ ਸਕਦੇ ਤੁਸੀਂ 40 ਸਾਲਾਂ 'ਚ ਲੈ ਸਕਦੇ ਆ। ਬਟ ਆਪਾਂ ਆਲਵੇਜ਼ ਰეკਮੈਂਡ ਕਰਦੇ ਹਾਂ ਦੈਟ ਜੇ ਤੁਸੀਂ ਪ੍ਰੋਪਰਟੀ ਖਰੀਦਣੀ ਹੈ ਅਤੇ ਕਦੋਂ ਖਰੀਦਣੀ ਹੈ, ਕਿਵੇਂ ਬੈਂਕਾਂ ਨੇ ਫਿਲਾਸਫੀ ਕੀਤਾ ਹੋਇਆ, ਇਹ ਇਹਦੇ ਖਾਤਰ ਕੀਤਾ ਹੋਇਆ ਦੈਟ ਤੁਹਾਡੀ ਕੁਆਲਿਟੀ ਆਫ ਲਾਈਫ ਠੀਕ ਹੋਵੇ। ਆਪਣਾ ਸਮਟਾਈਮਸ ਇਸ਼ੂ ਹੁੰਦਾ ਦੈਟ ਆਪਾਂ ਬਾਲਾ ਕਰ ਲੈਂਦੇ ਹਾਂ ਅਤੇ ਆਪਣਾ ਫਿਰ ਅਫੋਰਡੇਬਿਲਿਟੀ ਦਾ ਫੈਕਟਰ ਇਸ਼ੂ ਹੋ ਜਾਂਦਾ। ਫਿਰ ਜੇ ਤੁਸੀਂ ਕਹਿੰਦੇ ਆ ਦੈਟ ਮੈਂ ਇੱਕ ਪ੍ਰੋਪਰਟੀ ਲੈਣੀ ਅਤੇ ਇੱਕ ਪ੍ਰੋਪਰਟੀ 'ਤੇ ਮੈਂ 100% ਪੇ ਆਫ ਕਰਨਾ ਅਤੇ ਦੈਟਸ ਇਟ, ਵਨ ਐਂਡ ਡਨ, ਫਿਰ ਦੈਟਸ ਬਿਊਟੀਫੁਲ। ਗੁੱਡ ਮਾਰਨਿੰਗ ਟੋਰਾਂਟੋ, ਤੁਸੀਂ ਸੁਣ ਰਹੇ ਹੋ ਜੀ 10:27 ਹੋ ਗਏ ਨੇ ਅਤੇ ਇਹ ਗੱਲ ਮੈਂ ਸ਼ੁਰੂ ਕੀਤੀ ਸੀ ਮੌਰਗੇਜ ਦੀ ਕੁਆਲੀਫਿਕੇਸ਼ਨ ਦੀ। ਆਮ ਕਰਕੇ ਅਸੀਂ ਬੜੀ ਵਾਰ ਇੱਥੇ ਗੱਲ ਹੁੰਦੀ ਹੈ ਕਿ ਜੀ ਜੋ ਕੁਛ ਮੌਰਗੇਜ ਲਈ ਕੁਆਲੀਫਾਈ ਨਹੀਂ ਕਰਦੇ, ਕਰਨਾ ਬੜਾ ਮੁਸ਼ਕਿਲ ਹੋ ਗਿਆ। ਅਤੇ ਕੁਆਲੀਫਿਕੇਸ਼ਨ ਦਾ ਜਿਹੜਾ ਸਾਰਾ ਸਿਸਟਮ ਹੈ ਉਹ ਕਿਵੇਂ ਵਰਕ ਕਰਦਾ, ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਜਿਹੜੇ ਬੈਂਕ ਵੀ ਨੇ ਉਹ ਉਹਨਾਂ ਦੀਆਂ ਜਿਹੜੀਆਂ ਕੈਲਕੂਲੇਸ਼ਨਸ ਨੇ ਉਹ ਕਿਸ ਬੇਸ ਦੇ ਉੱਤੇ ਕੀਤੀਆਂ ਜਾਂਦੀਆਂ ਨੇ, ਅਤੇ ਇਹਦੇ ਬਾਰੇ ਅਸੀਂ ਗੱਲਬਾਤ ਕਰਨੀ ਹੈ। ਕਿਉਂਕਿ ਇੱਕ ਜਿਹੜਾ ਸਿਸਟਮ ਆ, ਜਿਹੜਾ ਮੌਰਗੇਜ ਲਈ ਤੁਹਾਡੀ ਕੁਆਲੀਫਿਕੇਸ਼ਨ ਦਾ ਜੋ ਸਿਸਟਮ ਬੈਂਕਸ ਵਰਤਦੇ ਨੇ, ਉਹੀ ਸਿਸਟਮ ਹਰ ਬੰਦਾ ਉਹਨੂੰ ਸਮਝ ਕੇ ਖੁਦ ਆਪਣੀ ਕੁਆਲੀਫਿਕੇਸ਼ਨ ਚੈੱਕ ਕਰ ਸਕਦਾ। ਅਤੇ ਔਰ ਉਹਦੇ ਪਿੱਛੇ ਜਿਹੜੀ ਫਿਲੋਸਫੀ ਆ ਉਹਨੂੰ ਜੇ ਅਸੀਂ ਸਮਝ ਲਈਏ ਤਾਂ ਅਸੀਂ ਆਪਣੀ ਲਾਈਫ ਸੁਖਾਲੀ ਵੀ ਰੱਖ ਸਕਦੇ ਹਾਂ। ਕਿਉਂਕਿ ਕਈ ਲੋਕਾਂ ਦਾ ਹੁਣ ਤਰਕ ਹੈ ਕਿ ਬਹੁਤ ਸਾਰੇ ਲੋਕ ਫਸੇ ਹੀ ਇਸ ਕਰਕੇ ਨੇ ਕ੍ਰਾਈਸਿਸ ਦੇ ਵਿੱਚ ਕਿ ਉਹਨਾਂ ਨੇ ਜਿਹੜੀ ਅਸਲੀ ਫਿਲੋਸਫੀ ਇਹਦੇ ਪਿੱਛੇ ਕਿ ਕਿਸੇ ਬੰਦੇ ਨੂੰ ਕਿੰਨਾ ਕੁ ਲੋਨ ਲੈਣਾ ਚਾਹੀਦਾ, ਜਦੋਂ ਉਹਨਾਂ ਨੇ ਉਸ ਨੂੰ ਇਗਨੋਰ ਕੀਤਾ ਅਤੇ ਉਹੀ ਚੀਜ਼ ਉਹਨਾਂ ਦੇ ਅੱਗੇ ਆ ਗਈ ਅਤੇ ਇਸ ਵੇਲੇ ਉਹ ਕ੍ਰਾਈਸਿਸ 'ਚ ਫਸੇ ਹੋਏ ਨੇ। ਸੋ ਇਹਦੇ ਸਾਰੇ ਸਿਸਟਮ ਨੂੰ ਆਸਾਨ ਤਰੀਕੇ ਨਾਲ ਸਮਝਣ ਵਾਸਤੇ, ਤਾਂ ਕਿ ਹਰ ਬੰਦਾ ਆਪਣੇ ਫਾਈਨੈਂਸਿਸ ਦਾ, ਆਪਣੀ ਕੁਆਲੀਫਿਕੇਸ਼ਨ ਦਾ, ਆਪਣੇ ਜਿਹੜੇ ਰਿਸਕ ਨੇ ਉਹਨਾਂ ਨੂੰ ਬਿਹਤਰ ਤਰੀਕੇ ਨਾਲ ਸਮਝ ਸਕੇ, ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਅਤੇ ਇਸ ਗੱਲ 'ਚ ਸਾਡੀ ਹੈਲਪ ਕਰ ਰਹੇ ਨੇ ਗੁਨੀਵ ਗਿੱਲ, ਜਿਹੜੇ ਕਿ ਮੌਰਗੇਜ ਸੈਕਟਰ 'ਚ ਨੇ, ਖੁਦ ਉਹ ਮੌਰਗੇਜ ਬ੍ਰੋਕਰ ਨੇ, ਅਤੇ ਇਹਦੇ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਸਟੂਡੀਓ 'ਚ ਨੇ। ਗੁਨੀਵ, ਕੀ ਹਾਲ ਚਾਲ ਨੇ ਤੁਹਾਡੇ? ਵਧੀਆ ਜੀ, ਵਧੀਆ ਜੀ, ਥੈਂਕ ਯੂ ਜੀ, ਤੁਸੀਂ ਸੁਣਾਓ? ਅਤੇ ਬਿਲਕੁਲ ਠੀਕ ਹੈ। ਅਤੇ ਮੌਰਗੇਜ ਲਈ ਕੋਈ ਕਿਵੇਂ ਕੁਆਲੀਫਿਕੇਸ਼ਨ ਦਾ ਉਹਦਾ ਕੀ ਸਿਸਟਮ ਹੈ? ਗੱਲ ਤਾਂ ਬੜੀ ਆਮ ਹੈ, ਪਰ ਮੇਰਾ ਖਿਆਲ ਹੈ ਵੀ ਸਾਰੇ ਬੰਦੇ ਇਸ ਪਾਸੇ ਧਿਆਨ ਨਹੀਂ ਦਿੰਦੇ। ਹਾਂਜੀ। ਅਤੇ ਪਹਿਲੀ ਗੱਲ ਤਾਂ ਵੀ ਬੈਂਕ ਕਿਵੇਂ ਜਿਹੜੀ ਕੁਆਲੀਫਿਕੇਸ਼ਨ ਕਿਸੇ ਦੀ ਚੈੱਕ ਕਰਨ ਦਾ ਕੀ ਫਾਰਮੂਲਾ ਹੁੰਦਾ, ਕੀ ਤੁਹਾਡੇ ਸਮਝਾਓਗੇ? ਹਾਂਜੀ। ਸੋ ਦੇਖੋ ਜੀ, ਕਦੋਂ ਤੁਸੀਂ ਮੌਰਗੇਜ ਦੀ ਕੁਆਲੀਫਿਕੇਸ਼ਨ ਕਰਨੀ ਆ, ਉਹ 'ਤੇ ਜੀ ਡਿਪੈਂਡ ਕਰਦਾ, ਦੋ ਫੈਕਟਰ ਹੁੰਦੇ ਆ। ਇੱਕ ਹੁੰਦਾ ਜੀ ਤੁਹਾਡਾ TDS ਅਤੇ ਦੂਜਾ ਹੁੰਦਾ GDS। TDS ਕੀ ਹੁੰਦਾ ਜੀ? ਉਹ ਹੁੰਦਾ ਤੁਹਾਡਾ ਟੋਟਲ ਡੈਟ ਸਰਵਿਸ। ਓਕੇ। ਸੋ ਜੇ ਹੁਣ ਤੁਹਾਡੇ ਕੋਲ ਗੱਡੀ ਦੀ ਲੋਨ ਆ, ਤੁਹਾਡੇ ਕੋਲ ਸਟੂਡੈਂਟ ਲੋਨ ਆ, ਤੁਹਾਡੀ ਕਿਹੜੀ ਪ੍ਰੋਪਰਟੀ ਐਗਜ਼ਿਸਟਿੰਗ ਆ, ਉਹਦੀ ਮੌਰਗੇਜ ਕਿੰਨੀ ਕੁ ਆ, ਹੈ ਨਾ, ਅਤੇ ਤੁਸੀਂ ਇਸ ਨੰਬਰ ਕੈਲਕੂਲੇਟ ਕਰਕੇ ਤੁਸੀਂ 12 ਨਾਲ ਮਲਟੀਪਲਾਈ ਕਰਕੇ, ਮੈਂ ਐਗਜ਼ਾਮਪਲ ਵੀ ਤੁਹਾਨੂੰ ਬਾਅਦ 'ਚੋਂ ਦੱਸੂਗਾ, ਤੁਸੀਂ ਫਿਰ ਤੁਹਾਡੀ ਇਨਕਮ ਨਾਲ ਡਿਵਾਈਡ ਕਰ ਦਿੰਦੇ ਆ, ਅਤੇ ਡਿਵਾਈਡ ਕਰਕੇ ਤੁਹਾਨੂੰ ਪਰਸੈਂਟੇਜ ਮਿਲ ਜਾਂਦਾ। ਠੀਕ ਹੈ ਜੀ। ਉਹ ਕਿਹੜਾ ਤੁਹਾਡਾ GDS ਅਤੇ TDS ਕੈਲਕੂਲੇਸ਼ਨ ਹੁੰਦਾ, ਉਹਨੇ 'ਤੇ ਤੁਹਾਡਾ ਬੈਂਕ ਤੁਹਾਨੂੰ ਦੱਸਦਾ ਤੁਸੀਂ ਕਿੰਨਾ ਕੁ ਕੁਆਲੀਫਾਈ ਕਰ ਸਕਦੇ। ਥੋੜ੍ਹੀ ਐਗਜ਼ਾਮਪਲ ਨਾਲ ਸਮਝਾ ਦਿਓ, ਸੌਖਾ ਹੋ ਜਾਊਗਾ। ਹਾਂਜੀ। ਸੋ ਹੁਣ ਸਮਝ ਲਓ, ਜੇ ਆਪਾਂ ਕਰਨਾ ਵਿਕ ਦਾ ਨਾਮ ਆ ਇੱਕ ਬੰਦਾ, ਉਹਦੀ ਮੌਰਗੇਜ ਹੈਗੀ ਆ $1000, ਉਹਦੀ ਪ੍ਰੋਪਰਟੀ ਟੈਕਸ ਹੈਗਾ $3000 ਸਾਲ ਬਾਅਦ। ਸੋ ਜੇ ਤੁਸੀਂ 12 ਨਾਲ ਤੁਸੀਂ 3000 ਡਿਵਾਈਡ ਕਰਦੇ ਹੋ, $250 ਹੋ ਗਿਆ, ਰਾਈਟ। ਉਹਨਾਂ ਦੀ ਹੀਟਿੰਗ ਕਾਸਟ ਹੈਗੀ $100 ਅਤੇ ਮੰਥਲੀ ਕਾਰ ਪੇਮੈਂਟ ਹੈਗੀ $300। ਠੀਕ ਹੈ ਜੀ। ਤੁਸੀਂ ਇਹਨਾਂ ਨੂੰ ਸਾਰੇ ਐਕਸਪੈਂਸਿਸ ਨੂੰ ਐਡ ਕਰ ਦੇਣਾ। ਸੋ 100 + 200 + 100 + 300। ਸੋ ਬੇਸਿਕਲੀ ਇੱਕ ਬੰਦੇ ਦੇ ਸਾਰੇ ਖਰਚੇ, ਹਾਂਜੀ, ਵਿੱਚ ਉਹਦੇ ਜਿਹੜੀਆਂ ਕੋਈ ਲੋਨ ਦੀਆਂ ਪੇਮੈਂਟਸ ਨੇ, ਹੋਰ ਨੇ, ਸਾਰਾ ਕੁਛ ਮਿਲਾ ਕੇ ਇੱਕ ਪਾਸੇ ਇੱਕ ਅਮਾਊਂਟ ਹੋ ਗਈ ਹੈ। ਹਾਂਜੀ। ਅਤੇ ਇਸ ਕਿਹੜਾ ਇੱਕ ਅਮਾਊਂਟ ਇਸ ਬੰਦੇ ਦੀ ਆਪਾਂ ਕੀਤਾ, ਇਹ ਹੈਗਾ $1650। ਠੀਕ ਆ, ਇਹਨਾਂ ਨੂੰ ਐਡ ਕਰਕੇ ਫਿਰ ਤੁਸੀਂ ਜੀ ਇਹ ਨੰਬਰ 12 ਨਾਲ ਮਲਟੀਪਲਾਈ ਕਰਕੇ ਤੁਹਾਨੂੰ ਪਤਾ ਲੱਗ ਜਾਂਦਾ ਤੁਹਾਡਾ ਸਾਲ ਦਾ ਕਿੰਨਾ ਹੋਊਗਾ। ਉਹ ਹੋਊਗਾ $19,800। ਤੁਸੀਂ ਜੀ ਇਹਨੂੰ ਫਿਰ ਤੁਹਾਡੀ ਕਿਹੜੀ ਸੈਲਰੀ ਆ, ਉਹ ਆਪਾਂ ਸਪੋਜ਼ ਕਰਨਾ ਇਹ ਬੰਦਾ 70,000 ਈਅਰ ਬਾਅਦ ਕਮਾਉਂਦਾ, ਸੈਲਰੀ ਜਾਂ ਦੀ ਟੋਟਲ ਇਨਕਮ। ਹਾਂਜੀ। ਅਤੇ ਤੁਸੀਂ ਜੀ ਉਹਨਾਂ ਨੂੰ ਡਿਵਾਈਡ ਕਰਕੇ ਫਿਰ ਤੁਹਾਨੂੰ ਨੰਬਰ ਆ ਜਾਂਦਾ। ਸੋ 28.28 ਇਹ ਬੰਦੇ ਦਾ ਹੈਗਾ TDS ਕੈਲਕੂਲੇਸ਼ਨ। ਕਿਹੜਾ ਦੂਜਾ ਪਾਸਾ ਜੀ, ਉਹ ਹੈਗਾ GDS ਕੈਲਕੂਲੇਸ਼ਨ, ਉਹ ਹੈਗਾ ਗਰੋਸ ਡੈਟ ਸਰਵਿਸ। ਇਹ ਦੋ ਚੀਜ਼ਾਂ ਸੇਮ ਆ, ਬਟ ਇੱਕ ਦਾ ਹੁੰਦਾ ਕਿਹੜਾ ਤੁਹਾਡਾ ਟੋਟਲ ਡੈਟ ਹੁੰਦਾ, ਅਤੇ ਦੂਜਾ ਜੀ ਕਿਹੜਾ ਹੁੰਦਾ, ਇਹ ਹੁੰਦਾ ਜੀ ਕਿਹੜਾ ਤੁਹਾਡਾ ਇਕੱਲਾ ਮੌਰਗੇਜ ਥਰੂ ਜਾਂਦਾ। ਸੋ
ਇੱਕ ਦੇ ਵਿੱਚ ਕਿਹੜਾ TDS, ਉਹਦੇ ਵਿੱਚ ਤੁਹਾਡਾ ਸਟੂਡੈਂਟ ਲੋਨ ਆ ਗਿਆ, ਕ੍ਰੈਡਿਟ ਕਾਰਡ ਆ ਗਿਆ। ਕਿਹੜਾ GDS ਜੀ ਕੈਲਕੂਲੇਸ਼ਨ, ਉਹਦੇ ਵਿੱਚ ਇਕੱਲਾ ਹੈਗਾ ਜੀ ਤੁਹਾਡਾ ਪ੍ਰੋਪਰਟੀ ਟੈਕਸ, ਮੋਰਗੇਜ ਸਟੇਟਮੈਂਟ, ਹੀਟਿੰਗ ਕਾਸਟ, ਯੂਟਿਲਿਟੀਜ਼, ਜੇ ਤੁਹਾਡੇ ਕੋਲ ਹੋਮ ਇੰਸ਼ੋਰੈਂਸ ਆ। ਅਤੇ ਇਸ 2 ਨੰਬਰਾਂ ਨਾਲ ਤੁਹਾਡੇ ਮਿਲ ਸਕਦੇ ਆ 1 to million ਤੱਕ ਇਹ ਨੰਬਰ ਚੱਲ ਜਾਂਦੇ ਆ। ਅਤੇ ਕਦੋਂ ਤੁਸੀਂ ਕੁਆਲੀਫਾਈ ਕਰਦੇ ਆ ਬੈਂਕ ਥਰੂ, ਸੋ ਕਦੋਂ ਮੈਂ ਤੁਹਾਨੂੰ ਕਹਿੰਦਾ 5 ਮੇਨ ਗਵਰਨਮੈਂਟ ਬੈਂਕ, ਮੈਂ ਕਹਿੰਦਾ ਜੀ ਸਕੋਸ਼ਾ ਬੈਂਕ, RBC, BMO, TD, CIBC, ਕਿ ਇਹ 5 ਬੈਂਕ ਆ, ਕਿ ਇਹਨਾਂ ਦਾ TDS ਅਤੇ GDS ਕੈਲਕੂਲੇਸ਼ਨ ਆ ਉਹ 30 ਤੋਂ ਥੱਲੇ ਕਰਦੇ ਆ। ਓਕੇ, ਜੇ ਤੁਸੀਂ ਕੈਲਕੂਲੇਸ਼ਨ ਕਰਦੇ ਆ ਕਿ ਇਹ B ਲੈਂਡਰ ਹੁੰਦੇ ਆ ਬੈਂਕ, ਸੋ B ਲੈਂਡਰ ਹੋਊਗਾ ਕਮਿਊਨਿਟੀ ਟਰਸਟ। 30 ਤੋਂ ਥੱਲੇ ਮੀਨਸ ਕਿ ਵੀ ਤੁਹਾਡੀ ਟੋਟਲ ਇਨਕਮ ਦਾ 30%। ਹਾਂਜੀ, ਇਹ ਕਿਹੜੇ ਤੁਸੀਂ ਹੁਣ ਕਦੋਂ ਤੁਸੀਂ TDS ਕੈਲਕੂਲੇਟ ਕਰੋਗੇ ਹੈ ਨਾ, ਤੁਹਾਡਾ ਪ੍ਰੋਪਰਟੀ ਟੈਕਸ, ਮੋਰਗੇਜ ਪੇਮੈਂਟ, ਸਟੂਡੈਂਟ ਲੋਨ, ਕ੍ਰੈਡਿਟ ਕਾਰਡ ਪੇਮੈਂਟ, ਅਤੇ ਉਹਦੇ ਨਾਲ ਤੁਸੀਂ ਇਨਕਮ ਨਾਲ ਡਿਵਾਈਡ ਕਰੋਗੇ, ਉਹ ਤੁਹਾਨੂੰ ਉਹਨਾਂ ਨੇ ਨੰਬਰ ਦੇਣਾ। ਠੀਕ ਆ। ਅਤੇ ਫਿਰ ਤੁਸੀਂ ਦੂਜੇ ਪਾਸੇ ਕਦੋਂ GDS ਵੀ ਕੈਲਕੂਲੇਟ ਕਰੋਗੇ, ਸੇਮ ਥਿੰਗ, ਉਹ ਤੁਹਾਨੂੰ ਨੰਬਰ ਦਿੰਦਾ। ਕਿ ਇਹ ਇਕੱਠੇ ਨੰਬਰ ਹੁੰਦੇ ਆ, ਇਹ ਤੁਹਾਡਾ ਕੁਆਲੀਫਿਕੇਸ਼ਨ ਫੈਕਟਰ ਹੁੰਦਾ। ਅਤੇ ਇਹ ਕਿਹੜੇ ਕੁਆਲੀਫਿਕੇਸ਼ਨ ਫੈਕਟਰ ਆ, ਇਹ ਬੈਂਕ ਨੇ ਦੇਖਣਾ। ਜੇ ਤੁਹਾਡੇ 30 ਤੋਂ ਬਿਲੋ ਆ, ਫਿਰ ਤੁਹਾਡੀ ਫਾਈਲ ਹੈਗੀ ਸਟਰੋਂਗ, ਅਤੇ ਬੈਂਕ ਖੁਸ਼ੀ ਨਾਲ ਤੁਹਾਨੂੰ ਫੰਡ ਕਰ ਦਿੰਦੇ ਆ। ਬਟ ਕਿਹੜੇ ਸਮ ਸਿਚੁਏਸ਼ਨ ਹੁੰਦਾ, ਉਹ ਲੋਕਾਂ ਦਾ ਸੇਮ ਨਹੀਂ ਹੁੰਦਾ। ਸੋ ਕਿਹੜੇ B ਲੈਂਡਰ ਆ, ਸੋ B ਲੈਂਡਰ ਹੋਊਗਾ ਕਮਿਊਨਿਟੀ ਟਰਸਟ, ਐਕੁਇਟੇਬਲ ਬੈਂਕ, ਹੇਵਨਟਰੀ। ਇਹ ਕਿਹੜੇ B ਲੈਂਡਰ, ਇਹਨਾਂ ਦਾ GTS ਅਤੇ TDS ਉਹ 50 ਤੱਕ ਲੈ ਕੇ ਚੱਲ ਜਾਂਦੇ ਆ। ਸੋ 50-50। ਸੋ ਮੈਨੂੰ ਜੇ ਸੌਖੀ ਆਮ ਬੰਦੇ ਦੀ ਲੈਂਗੁਏਜ ਗੱਲ ਕਰਾਂ, ਕਿ ਜੇ ਜਿਹੜਾ 30% ਹੈ ਬੇਸਿਕਲੀ ਤੁਹਾਡੀ ਦੇਣਦਾਰੀ ਹੈ, ਜਿਹੜਾ ਤੁਸੀਂ ਮਤਲਬ ਖਰਚਾ ਤੁਹਾਡਾ ਆਲਰੇਡੀ ਤੁਸੀਂ ਕਰ ਰਹੇ ਹੋ। ਜੇ ਆਪਣੀ ਇਨਕਮ ਦਾ ਤੁਸੀਂ 30% ਤੱਕ ਖਰਚ ਰਹੇ ਹੋ, ਫਿਰ ਤੇ ਤੁਹਾਨੂੰ ਆਸਾਨੀ ਨਾਲ ਬੈਂਕ ਕਰ ਦੇਗਾ, ਖੁਸ਼ ਨਾਲ। ਹਾਂਜੀ, ਜੇ ਤੁਹਾਡਾ ਉਸ ਤੋਂ ਉੱਪਰ ਚਲੇ ਗਿਆ, ਫਿਰ ਬੈਂਕ ਨੂੰ ਹੋਏਗਾ ਕਿ ਇਹ ਰਿਸਕ ਹੋ ਸਕਦਾ ਹੈ। ਰਿਸਕ, ਹਾਂਜੀ। ਫਿਰ ਕਦੋਂ ਰਿਸਕ ਹੁੰਦਾ, ਫਿਰ ਬੈਂਕ ਵੀ ਥੋੜ੍ਹਾ ਜਿਹਾ ਉਹਨਾਂ ਦਾ ਹੱਥ ਪਿੱਛੇ ਨੂੰ ਕਰ ਲੈਂਦੇ ਆ, ਬਿਕੋਜ਼ ਉਹਨਾਂ ਨੂੰ ਇਹ ਹੁੰਦਾ ਦੈਟ ਅਫੋਰਡੇਬਿਲਿਟੀ ਦਾ ਫਿਰ ਫੈਕਟਰ ਹੋ ਜਾਂਦਾ। ਅਤੇ ਇਹਦੇ ਖਾਤਰ ਫਿਰ ਕਿਹੜੇ B ਲੈਂਡਰ ਵੀ ਹੁੰਦੇ ਆ। ਹੁਣ ਕੋਈ ਲੋਕ ਕਿਹੜੇ ਜਾਣਦੇ ਅਤੇ ਕਿਹੜੇ ਨਹੀਂ ਜਾਣਦੇ। B ਲੈਂਡਰ ਉਹ 1% ਫੀ ਚਾਰਜ ਕਰਦੇ ਆ, ਬਟ ਇਹਦੇ ਖਾਤਰ ਫੀ ਚਾਰਜ ਕਰਦੇ ਆ ਕਿਉਂਕਿ ਕਿਹੜੇ ਉਹਨਾਂ ਦਾ TDS ਅਤੇ GDS ਕੈਲਕੂਲੇਸ਼ਨ ਹੁੰਦੇ ਆ, ਉਹ ਜੀ 50 ਤੱਕ ਚੱਲ ਜਾਂਦਾ। 50 ਤੱਕ ਲੈ ਜਾਂਦੇ ਨੇ। ਤੁਸੀਂ ਆਪਣੀ ਅੱਧੀ ਵੀ ਇਨਕਮ ਪਹਿਲਾਂ ਖਰਚ ਰਹੇ ਹੋ। ਹਾਂਜੀ। ਅਤੇ ਅੱਧੀ ਇਨਕਮ ਤੁਹਾਡੇ ਕੋਲ ਬਚੀ ਹੋਈ ਹੈ, ਜਿਹੜੀ ਤੁਸੀਂ ਨਵੇਂ ਲੋਨ ਲਈ ਯੂਜ਼ ਕਰ ਸਕਦੇ ਹੋ। ਪਰ ਕਈ ਤਾਂ ਆਪਣੀ ਤਾਂ ਸੱਜਣ ਹੁਣ ਅੱਜ ਕੱਲ੍ਹ 70% ਆਪਣਾ। ਹਾਂਜੀ, ਉਹ ਤਾਂ ਇਹ ਕਿਹੜੀਆਂ ਕੈਲਕੂਲੇਸ਼ਨਾਂ ਹੁੰਦੀਆਂ ਜੀ, ਇਹ ਹੁੰਦੀਆਂ ਸੀ ਆਫਟਰ 2008, ਉਦੋਂ ਵੀ ਫਾਈਨੈਂਸ਼ੀਅਲ ਕ੍ਰਾਈਸਿਸ ਸੀ। ਉਦੋਂ ਆਫਟਰ ਦੈਟ ਇੰਟਰਸਟ ਰੇਟ 3.4 ਤੱਕ 'ਤੇ ਆ ਗਏ ਸੀ। ਬਟ ਅਨਫੋਰਚੂਨੇਟਲੀ ਹੁਣ ਤਾਂ 5-6% 'ਤੇ ਬੈਂਕ ਲੋਨ ਦਿੰਦੇ ਆ। ਔਖਾ ਹੈਗਾ, ਡੋਂਟ ਗੈਟ ਮੀ ਰੋਂਗ, ਬਟ ਇਹ ਕਿੰਨਾ ਕੁ ਮੈਨੂੰ ਲੱਗਦਾ ਇਹ ਜੁਲਾਈ ਤੱਕ ਹੋਊਗਾ, ਬਿਕੋਜ਼ ਯੂਜਲੀ ਜੁਲਾਈ ਦੇ ਵਿੱਚ ਫਿਰ ਮਾਰਕੀਟ ਪਿਕਅਪ ਹੋਣ ਲੱਗ ਜਾਂਦੀ ਹੈ। ਬਟ ਇਹ ਤੁਹਾਡਾ ਫਾਈਨੈਂਸ਼ੀਅਲ ਸਿਚੁਏਸ਼ਨ 'ਤੇ ਡਿਪੈਂਡ ਕਰਦਾ। ਅੱਛਾ, ਪਰ ਇਹਦੇ 'ਚ ਦੇਖੋ ਹੁਣ ਇਹ ਜਿਹੜੀ ਬਣਾਈ ਉਹਨਾਂ ਨੇ ਇਹ ਰੱਖ ਲਿਆ ਕਿ 30% ਤੋਂ ਵੱਧ ਨਹੀਂ ਹੋਣਾ ਚਾਹੀਦਾ। ਹਾਂਜੀ। ਉਹਦੇ ਪਿੱਛੇ ਵੀ ਇੱਕ ਫਿਲਾਸਫੀ ਹੈ, ਮੈਂ ਸਮਝਦਾ। ਹਾਂਜੀ। ਕਿ ਕਿਉਂ ਨਹੀਂ ਹੋਣਾ ਚਾਹੀਦਾ, ਕਿ ਤਾਂ ਕਿ ਤੁਹਾਡੇ ਕੋਲ ਤੁਹਾਡੀ ਜਿਹੜੀ ਇਨਕਮ ਹੈ, ਤੁਹਾਡੇ ਕੋਲ ਜੇ ਤੁਸੀਂ ਸਾਰੇ ਪੈਸੇ ਆਪਣੇ ਲੋਨ ਦੀ ਪੇਮੈਂਟ 'ਤੇ ਖਰਚ ਰਹੇ ਹੋ, ਅਤੇ ਫਿਰ ਤੁਹਾਡੇ ਕੋਲ ਬਚਿਆ ਕੀ ਪਿੱਛੇ। ਐਗਜ਼ੈਕਟਲੀ, ਸਹੀ ਗੱਲ ਕੀਤੀ ਤੁਸੀਂ। ਅਤੇ ਇਹ ਕਿਹੜੇ ਬੈਂਕ ਹੁੰਦੇ ਆ, ਇਹ ਦੇ ਆਰ ਵੈਰੀ ਟਾਈਟ ਔਨ ਦਿਸ ਫੈਕਟਰ। ਅਤੇ ਮੈਂ ਉਹੀ ਤੁਹਾਡੇ ਨਾਲ ਗੱਲ ਕਰਨੀ ਸੀ ਦੈਟ ਦੇਖੋ ਹੈ ਨਾ, ਤੁਹਾਡੇ ਕੋਲ ਸਾਰੀ ਜ਼ਿੰਦਗੀ ਹੈਗੀ ਆ ਪ੍ਰੋਪਰਟੀ ਓਨ ਕਰਨ ਦੀ, ਦੈਟਸ ਨੋ ਪ੍ਰੋਬਲਮ। ਜੇ ਤੁਸੀਂ 20 ਸਾਲਾਂ ਦੇ ਵਿੱਚ ਨਹੀਂ ਲੈ ਸਕਦੇ, 30 ਸਾਲਾਂ 'ਚ ਲੈ ਸਕਦੇ, ਜੇ 30 ਸਾਲਾਂ 'ਚ ਨਹੀਂ ਲੈ ਸਕਦੇ, ਤੁਸੀਂ 40 ਸਾਲਾਂ 'ਚ ਲੈ ਸਕਦੇ ਆ। ਇਹ ਸਾਰੀ ਲਾਈਫ ਦੀ ਗੇਮ ਆ, ਅਤੇ ਇਹ ਹਟਣੀ ਨਹੀਂ ਆਲ ਦ ਟਾਈਮ। ਬਟ ਆਪਾਂ ਆਲਵੇਜ਼ ਰੈਕਮੈਂਡ ਕਰਦੇ ਹਾਂ ਦੈਟ ਜੇ ਤੁਸੀਂ ਪ੍ਰੋਪਰਟੀ ਖਰੀਦਣੀ ਹੈ ਅਤੇ ਕਦੋਂ ਖਰੀਦਣੀ ਹੈ, ਕਿਵੇਂ ਬੈਂਕਾਂ ਨੇ ਫਿਲਾਸਫੀ ਕੀਤਾ ਹੋਇਆ, ਇਹਦੇ ਖਾਤਰ ਕੀਤਾ ਹੋਇਆ ਦੈਟ ਤੁਹਾਡੀ ਕੁਆਲਿਟੀ ਆਫ ਲਾਈਫ ਠੀਕ ਹੋਵੇ। ਤੁਸੀਂ ਹਰੇਕ ਦਿਨ ਸਟ੍ਰੈਸ ਨਾ ਕਰੋ, ਆਪਣੀ ਲਾਈਫ ਸੁਧਾਰਨ ਲਈ ਖਰੀਦਣਾ, ਨਾ ਕਿ ਆਪਣੀ ਲਾਈਫ ਖਰਾਬ ਕਰਨ ਲਈ। ਹਾਂਜੀ। ਅਤੇ ਆਪਣੇ ਕਿਹੜੇ ਸਾਊਥ ਏਸ਼ੀਅਨ ਲੋਕ ਆ, ਆਪਣਾ ਸਮਟਾਈਮਸ ਇਸ਼ੂ ਹੁੰਦਾ ਦੈਟ ਆਪਾਂ ਬਾਲਾ ਕਰ ਲੈਂਦੇ ਹਾਂ, ਅਤੇ ਆਪਣਾ ਫਿਰ ਅਫੋਰਡੇਬਿਲਿਟੀ ਦਾ ਫੈਕਟਰ ਇਸ਼ੂ ਹੋ ਜਾਂਦਾ, ਫਿਰ ਹੁੰਦਾ ਨਹੀਂ ਬੰਦੇ ਦਾ। ਸੋ ਸੌਰੀ ਤੁਸੀਂ ਕਹਿਣ ਲੱਗੇ ਸੀ। ਸੋ ਬੇਸਿਕਲੀ ਫਿਰ ਜਦੋਂ ਤੁਸੀਂ ਆਪਣੀ ਜ਼ਿੰਦਗੀ 'ਚ ਇੰਨਾ ਕਰਜ਼ਾ ਚੁੱਕ ਲਿਆ ਕਿ ਤੁਸੀਂ ਆਪਣੀ ਲਾਈਫ ਦਾ ਸਾਰਾ ਜ਼ੋਰ ਤੁਹਾਡਾ ਕਰਜ਼ਾ ਉਤਾਰਨ 'ਤੇ ਲੱਗਿਆ ਹੋਇਆ, ਅਤੇ ਫਿਰ ਤੁਸੀਂ ਕੀ ਮਤਲਬ ਲਾਈਫ 'ਚ ਪ੍ਰਾਪਤ ਕੀਤਾ। ਹਾਂਜੀ। ਨਹੀਂ, ਤੁਸੀਂ ਸਹੀ ਗੱਲ ਕਹਿੰਦੇ ਆ। ਹੁਣ ਮੈਂ ਦੇਖੋ ਜੀ, ਮੇਰਾ ਐਵੇਂ ਮਾਈਂਡ ਸੈੱਟ ਆ ਜੀ। ਹੁਣ ਤੁਹਾਡੇ ਉਮਰ ਦਾ ਕੁਐਸਚਨ ਆ, ਰਾਈਟ। ਜੇ ਤੁਹਾਡੀ ਉਮਰ ਹੈਗੀ ਸਿਆਣੀ, ਤੁਸੀਂ ਹੈਗੇ ਆ 50, 50, 60 years old, ਫਿਰ ਐਟ ਦੈਟ ਪੁਆਇੰਟ
ਇਟਸ ਡਜ਼ਨਟ ਮੇਕ ਸੈਂਸ ਤੁਸੀਂ ਔਖਾ ਕੰਮ ਕਰੋ, ਇਟਸ ਟੂ ਮੱਚ। ਪਰ ਜੇ ਤੁਹਾਡਾ ਹੁਣ ਸਮਝ ਲਓ ਨਵਾਂ ਵਿਆਹ ਹੋਇਆ ਤੁਸੀਂ ਹੈਗੇ ਆ 20s 20s 30s 40s ਤੇ ਤੁਸੀਂ ਗੁੱਡ ਹੈਲਥ ਕੰਡੀਸ਼ਨ ਦੇ ਵਿੱਚ ਆ, ਫਿਰ ਕਿੰਨਾ ਕੁ ਤੁਸੀਂ ਜ਼ੋਰ ਦੀ ਇਸ ਉਮਰ 'ਚ ਕੰਮ ਕਰੋਗੇ ਤੇ ਇਕੱਠੇ ਹੋ ਕੇ ਕੰਮ ਕਰੋਗੇ, ਉਨਾ ਕੁ ਤੁਸੀਂ ਫਿਊਚਰ ਦੇ ਵਿੱਚ ਹੱਸੋਗੇ, ਹੈ ਨਾ। ਬਟ ਇਹ ਤੁਹਾਡੀ ਗੋਲ 'ਤੇ ਡਿਪੈਂਡ ਕਰਦਾ। ਹੁਣ ਜੇ ਤੁਸੀਂ ਕਹਿੰਦੇ ਆ ਦੈਟ ਮੈਂ ਇੱਕ ਪ੍ਰੋਪਰਟੀ ਲੈਣੀ ਅਤੇ ਇੱਕ ਪ੍ਰੋਪਰਟੀ 'ਤੇ ਮੈਂ 100% ਪੇ ਆਫ ਕਰਨਾ ਅਤੇ ਦੈਟਸ ਇਟ, ਵਨ ਐਂਡ ਡਨ, ਫਿਰ ਦੈਟਸ ਬਿਊਟੀਫੁਲ, ਤੁਸੀਂ ਉਵੇਂ ਕਰੋ। ਬਟ ਸਮਟਾਈਮਸ ਜੇ ਤੁਸੀਂ ਬਾਲੇ ਕਰਨ ਲੱਗ ਜਾਂਦੇ ਆ, ਫਿਰ ਬੰਦੇ ਦਾ ਹੱਥ ਫਿਰ ਥੋੜ੍ਹਾ ਜਿਹਾ ਟਾਈਟ ਹੋ ਜਾਂਦਾ ਫਿਰ। ਅੱਛਾ, ਜਿਹੜੇ ਤੁਸੀਂ ਹੁਣ ਦੱਸਿਆ ਇਹ ਸਾਰਾ TDS ਅਤੇ ਉਹਦੇ ਵਾਲਾ ਜਿਹੜੀ ਜੋ ਵੀ ਕੈਲਕੂਲੇਸ਼ਨ ਦਾ ਫਾਰਮੂਲਾ, ਹਾਂਜੀ, ਇਹਨੂੰ ਜੇ ਅਸੀਂ ਔਨਰ ਕੀਤਾ ਹੁੰਦਾ, ਹਾਂਜੀ ਹਾਂਜੀ, ਇਹਨੂੰ ਮਤਲਬ ਬਾਈਪਾਸ ਕਰਨ ਦੇ ਤਰੀਕੇ ਨਾ ਲੱਭੇ ਹੁੰਦੇ ਜਿਵੇਂ ਕਿ ਮਾਰਕੀਟ 'ਚ ਹੋਇਆ, ਹਾਂਜੀ, ਤਾਂ ਜਿੰਨੀ ਹੁਣ ਮੁਸੀਬਤ ਆਈ ਹੋਈ ਇਹ ਨਹੀਂ ਸੀ ਆਉਣੀ। ਉਹ ਜ਼ਰੂਰ ਜੀ, ਬਿਕਾਜ਼ ਹੁਣ ਸਿਚੁਏਸ਼ਨ ਹੁੰਦਾ ਦੈਟ ਜੇ ਤੁਸੀਂ ਹੁਣ ਬਾਲੇ ਕਰਨ ਲੱਗ ਜਾਂਦੇ ਆ ਅਤੇ ਤੁਸੀਂ ਕੁਆਲੀਫਾਈ ਨਹੀਂ ਕਰਦੇ, ਫਿਰ ਇਹਦਾ ਮਤਲਬ ਕਦੋਂ ਪੈਸੇ ਅੰਦਰ ਜਾਂਦੇ, ਕਿਤੋਂ ਬਾਹਰ ਵੀ ਜਾਂਦੇ ਆ। ਇੱਕ ਪਾਸੇ ਨਹੀਂ ਹੈਗਾ ਤੁਸੀਂ ਇੱਥੇ ਕਿਤੇ ਖਰਚ ਕੇ ਅਤੇ ਪੈਸੇ ਉੱਥੇ ਰਹਿਣੇ ਆ। ਲੋਨ ਹੁੰਦੇ ਆ, ਇੰਟਰਸਟ ਰੇਟ ਪੇਮੈਂਟਾਂ ਹੁੰਦੀਆਂ, ਬਹੁਤ ਚੀਜ਼ਾਂ ਹੁੰਦੀਆਂ ਦੈਟ ਕਿ ਇਹ ਡਿਸਾਈਡਿੰਗ ਫੈਕਟਰ ਆ। ਬਟ ਅਨਫੋਰਚੂਨੇਟਲੀ ਇਹ ਡਿਪੈਂਡ ਕਰਦਾ ਹੁੰਦਾ ਤੁਹਾਡਾ ਗਵਰਨਮੈਂਟ ਸਟੈਂਡਸ, ਉਹ ਤਾਂ ਹੋਰ ਪੋਲੀਟਿਕਸ ਆ, ਉਹਦੇ ਤਾਂ ਆਪਾਂ ਗੱਲ ਛੱਡ ਦਿੰਦੇ ਹਾਂ ਕਰਨ ਦੀ ਜਾਂ ਬਟ ਕਿ ਮੈਂ ਆਲਵੇਜ਼ ਰੈਕਮੈਂਡ ਕਰਦਾ ਹੁੰਦਾ ਦੈਟ ਹੁਣ ਕੋਈ ਕਿਹੜੇ ਸਾਡੇ ਲੋਕ ਆ ਉਹ ਬੀ ਲੈਂਡਰ ਥਰੂ ਕਰਦੇ ਨਹੀਂ, ਉਹ ਪਸੰਦ ਨਹੀਂ ਕਰਦੇ, ਉਹ ਇਕੱਲੇ ਬੈਂਕ ਥਰੂ ਕਰਦੇ ਆ। ਬਟ ਕਿਹੜੇ ਕੋਈ ਬੈਂਕ ਹੁੰਦੇ ਹੁਣ ਕਿਵੇਂ ਸਕੋਸ਼ਾ ਬੈਂਕ ਆ, ਰਾਈਟ, ਸਕੋਸ਼ਾ ਬੈਂਕ ਬਹੁਤ ਤਕੜਾ ਬੈਂਕ ਆ ਰਾਈਟ ਨਾਓ, ਬਿਕਾਜ਼ ਉਹ 49 TDS GDS ਕਰਦੇ ਆ। ਅੱਛਾ, ਹਾਂਜੀ ਹਾਂਜੀ, ਇਹ ਲੋਕਾਂ ਨੂੰ ਇਹ ਪਤਾ ਨਹੀਂ ਹੈਗਾ, ਇਹ ਤੁਹਾਡੇ ਬ੍ਰੋਕਰੇਜ 'ਤੇ ਡਿਪੈਂਡ ਕਰਦਾ। ਅੱਛਾ, ਸਕੋਸ਼ੀਆ ਬੈਂਕ 49 ਤੱਕ ਚਲੇ ਜਾਂਦਾ? ਹਾਂਜੀ ਹਾਂਜੀ, 49 ਤੱਕ। ਸਕੋਸ਼ੀਆ ਬੈਂਕ ਰਾਈਟ ਨਾਓ ਬਹੁਤ ਤਕੜੇ ਆ ਇਸ ਮਸਲੇ ਦੇ, ਬਿਕਾਜ਼ ਉਹ ਇਹ ਜੇ ਕਰ ਦਿੰਦੇ ਆ ਦੈਟ 49 ਤੱਕ 49 ਕਰ ਦਿੰਦੇ, ਉਹ 5% ਡਾਊਨ ਵੀ ਕਰਦੇ ਆ, ਉਹਨਾਂ ਦਾ ਪ੍ਰੋਗਰਾਮ ਹੁੰਦਾ 5% ਡਾਊਨ ਦੇਣ ਦਾ। ਬਟ ਉਹਦਾ ਬੈਡ ਸਾਈਡ ਕੀ ਆ, ਤੁਹਾਨੂੰ ਜੀ ਉਹਦੀ ਕਿਹੜਾ ਤੁਹਾਡਾ ਕ੍ਰੈਡਿਟ ਸਕੋਰ ਆ ਉਹ ਤੁਹਾਨੂੰ 800 ਤੋਂ ਵੱਧ ਆ, ਸਾਡੇ ਲੋਕਾਂ ਦਾ ਯੂਜਲੀ ਹੁੰਦਾ ਨਹੀਂ, ਰਾਈਟ, ਉਹ ਡਿਪੈਂਡ ਕਰਦਾ ਇੰਡੀਵਿਜੂਅਲੀ। ਅਤੇ ਸਕੋਸ਼ੀਆ ਬੈਂਕ ਨਾਲੇ ਕੀ ਕਰਦੇ ਆ, ਉਹ 50% ਰੈਂਟਲ ਆਫਸੈਟ। ਸੋ ਇਹਦਾ ਮਤਲਬ ਕੀ ਹੈਗਾ, ਹੁਣ ਸਮਝ ਲਓ ਜੀ ਤੁਹਾਡੇ ਕੋਲ ਇੱਕ ਪ੍ਰੋਪਰਟੀ ਆ ਅਤੇ ਤੁਸੀਂ ਇੱਕ ਹੋਰ ਪ੍ਰੋਪਰਟੀ ਖਰੀਦਣੀ ਆ, ਉਹ ਕਿਹੜੀ ਇਨੀਸ਼ੀਅਲ ਤੁਸੀਂ ਪ੍ਰੋਪਰਟੀ 'ਤੇ ਰਹਿੰਦੇ ਸੀ, ਤੁਸੀਂ ਉਹ ਰੈਂਟ ਵੀ ਕਰ ਸਕਦੇ ਹਾਂ, ਆਪਾਂ ਰੈਂਟ ਕੀਤਾ ਹੋਇਆ, ਹੈ ਨਾ। ਅਤੇ ਤੁਸੀਂ ਫਿਰ ਅਪਰੇਜ਼ਲ ਕੰਪਨੀ ਨੂੰ ਅਪਰੋਚ ਕਰਕੇ ਦੱਸ ਸਕਦੇ ਹਾਂ ਦੈਟ ਦੇਖੋ ਜੇ ਮੈਂ ਇਹ ਪ੍ਰੋਪਰਟੀ ਰੈਂਟ ਕੀਤੀ ਸੀ ਫੁੱਲ ਪ੍ਰੋਪਰਟੀ, ਇਹਦੀ ਰੈਂਟ ਕਿੰਨੀ ਕੁ ਹੋਊਗੀ, ਹੈ ਨਾ। ਅਤੇ ਸਮਝ ਲਓ ਜੇ ਉਹਨਾਂ ਨੇ ਕਿਹਾ ਹਾਂਜੀ ਭਾਅ ਜੀ ਤੁਹਾਡੀ ਹੋਊਗੀ $5,000, ਉਹ $5,000 ਕਿਹੜੇ ਹਰੇਕ ਬੈਂਕ ਆ ਉਹਦਾ ਆਫਸੈਟ ਨੰਬਰ ਹੁੰਦਾ, ਅਤੇ ਇਹਦਾ ਆਫਸੈਟ ਦਾ ਮਤਲਬ ਆ ਦੈਟ ਤੁਸੀਂ ਕਿੰਨਾ ਕੁ ਇਸ ਬੈਂਕ ਪੈਸੇ ਨਾਲ ਤੁਸੀਂ ਕੁਆਲੀਫਾਈ ਕਰ ਸਕਦੇ ਆ ਤੁਹਾਡੀ ਇਨਕਮ ਦਾ। ਅਤੇ ਕਿਹੜਾ ਸਕੋਸ਼ਾ ਬੈਂਕ ਰਾਈਟ ਨਾਓ ਕਰਦੇ ਆ, ਉਹ 50% ਰੈਂਟਲ ਆਫਸੈਟ ਕਰ ਦਿੰਦੇ ਆ ਦੈਟ ਕਿਹੜੇ ਲੋਕਾਂ ਕੋਲ ਇਨਵੈਸਟਮੈਂਟ ਪ੍ਰੋਪਰਟੀਆਂ ਹੈਗੀਆਂ ਉਹ ਹੋਰ ਇਨਕਮ ਕੁਆਲੀਫਾਈ ਕਰ ਸਕਦੇ ਆ ਫੋਰ ਦੇਅਰ ਸੈਕੰਡ ਪ੍ਰੋਪਰਟੀ ਜੇ ਲੋੜ ਆ ਲੋਕਾਂ ਦੀ। ਬਿਕਾਜ਼ ਹੁਣ ਕੀ ਆਪਾਂ ਮਾਰਕੀਟ ਦੇ ਵਿੱਚ ਦੇਖਦੇ ਹਾਂ ਲੋਕਾਂ ਨੇ 2019 ਦੇ ਵਿੱਚ ਬਹੁਤ ਪ੍ਰੀ ਕੰਸਟਰਕਸ਼ਨ ਪ੍ਰੋਪਰਟੀਆਂ ਬੁੱਕ ਕੀਤੀਆਂ, ਬਹੁਤ ਹੋਈਆਂ, ਅਤੇ ਇਹ ਕਿਹੜੇ ਪ੍ਰੀ ਕੰਸਟਰਕਸ਼ਨ ਪ੍ਰੋਪਰਟੀਆਂ ਉਹ ਇਸ ਸਾਲ ਉਹ ਬਿਲਡ ਹੋਣੀਆਂ। ਕਦੋਂ ਇਹਨਾਂ ਨੇ ਬੁੱਕ ਕੀਤੀਆਂ ਸੀ ਉਦੋਂ ਉਹ ਪ੍ਰੋਪਰਟੀਆਂ ਦੀ ਕਿਹੜੀ ਇੰਟਰਸਟ ਰੇਟ ਸੀ 3-4% ਸੀ, ਅਤੇ ਹੁਣ ਕਿਹੜੀਆਂ ਉਹ ਇੰਟਰਸਟ ਰੇਟ ਆ ਉਹ 6 ਤੱਕ ਚੱਲ ਜਾਂਦਾ, ਅਤੇ ਲੋਕਾਂ ਤੋਂ ਇਹ ਅਫੋਰਡ ਨਹੀਂ ਹੋਣੀ, ਇਟਸ ਨਾਟ ਪੋਸੀਬਲ। ਸੋ ਇਹਦੇ ਖਾਤਰ ਸਕੋਸ਼ਾ ਬੈਂਕ ਵੀ ਇਹੋ ਜਿਹੀਆਂ ਚੀਜ਼ਾਂ ਕਰਨ ਲੱਗ ਗਏ ਲੋਕਾਂ ਨੂੰ ਹੈਲਪ ਕਰਨ ਨੂੰ। ਰਸਤੇ ਮਤਲਬ ਇਸ ਤਰ੍ਹਾਂ ਕੱਢੇ ਜਾਂਦੇ ਨੇ, ਪਰ ਫਿਰ ਵੀ ਚਲੋ ਇਹ ਵੀ ਮੈਂ ਦੇਖੋ ਇੱਕ ਵੈਲਿਡ ਜਿਹੜਾ ਪੱਖ ਹੈ ਕਿ ਜਿਹੜੀ ਤੁਹਾਡੀ ਰੈਂਟਲ ਇਨਕਮ ਹੈ ਉਹ ਤੁਹਾਡੀ ਇਨਕਮ ਹੈ ਨਾ। ਹਾਂਜੀ ਹਾਂਜੀ, ਕੁਛ ਫੇਕ ਨਹੀਂ ਕੀਤਾ, ਉਹ ਤੁਹਾਡੀ ਜੈਨੂਅਨ ਇਨਕਮ ਹੈ, ਜੈਨੂਅਨ। ਹਾਂਜੀ ਹਾਂਜੀ, ਅਤੇ ਪ੍ਰੋਬਲਮ ਉੱਥੇ ਹੋਈ ਜਿੱਥੇ ਲੋਕਾਂ ਨੇ ਉਹ ਸਾਰਾ ਸਿਸਟਮ ਹੀ ਕਈ ਗਲਤ ਐਡਵਾਈਜ਼ਰ ਨੇ ਇਹੋ ਜਿਹੀ ਰਾਏ ਦਿੱਤੀ ਕਿ ਤੁਸੀਂ ਬਿਲਕੁਲ ਵੀ ਉਹਨਾਂ ਚੀਜ਼ਾਂ ਨੂੰ ਧਿਆਨ 'ਚ ਨਹੀਂ ਰੱਖਿਆ। ਨਹੀਂ ਉਹ ਵੀ ਜੇ ਹੁਣ ਆਪਾਂ ਗੱਲ ਕਰਦੇ ਹਾਂ ਰਾਈਟ, ਤੁਸੀਂ ਹੁਣ ਚੱਲ ਲੋਕ ਕਹਿੰਦੇ ਆ ਦੈਟ ਲੋਕਾਂ ਨੇ ਇਹ ਕੀਤਾ, ਲੋਕਾਂ ਨੇ ਇਹ ਕੀਤਾ, ਚੱਲ ਲੋਕਾਂ ਨੇ ਤਾਂ ਬਹੁਤ ਚੀਜ਼ਾਂ ਕੀਤੀਆਂ, ਉਹ ਤਾਂ ਲਾਈਫ 'ਚ ਹੁੰਦਾ ਰਾਈਟ। ਬਟ ਮੇਰਾ ਇਹ ਇਰਾਦਾ ਹੁੰਦਾ ਦੈਟ ਲੋਕਾਂ ਨੂੰ ਸਮਝਾਉਣ ਨੂੰ ਦੈਟ ਤੁਸੀਂ ਕੋਸ਼ਿਸ਼ ਕਰਿਆ ਕਰੋ ਜੇ ਤੁਹਾਨੂੰ ਲੱਗਦਾ ਤੁਹਾਤੋਂ ਨਹੀਂ ਅਫੋਰਡ ਹੋਣਾ, ਜਾਂ ਜੇ ਤੁਸੀਂ ਕਿਸੇ ਤੋਂ ਐਡਵਾਈਸ ਲੈਂਦੇ ਆ ਅਤੇ ਤੁਹਾਨੂੰ ਲੱਗਦਾ ਇਹ ਬੰਦਾ ਤੁਹਾਨੂੰ ਦਿਲ ਤੋਂ ਨਹੀਂ ਦੱਸਦਾ, ਤੁਸੀਂ ਨਾ ਐਡਵਾਈਸ ਲਓ। ਬਿਕਾਜ਼ ਬਹੁਤ ਲੋਕਾਂ ਨੇ ਲੋਕਾਂ ਨੂੰ ਫਸਾਇਆ। ਐਡਵਾਈਸ ਅਸੀਂ ਉਹ ਲੈਂਦੇ ਹਾਂ ਆਮ ਕਰਕੇ ਕਿ ਜਿਹੜਾ ਅਸੀਂ ਪਹਿਲਾਂ ਹੀ ਮਨ 'ਚ ਸੋਚ ਲਿਆ, ਹਾਂਜੀ, ਅਤੇ ਸਾਨੂੰ ਉਹੀ ਐਡਵਾਈਸ ਚੰਗੀ ਲੱਗਦੀ ਜਿਹੜੀ ਸਾਡੇ ਉਸੇ ਚੀਜ਼ ਨੂੰ ਕਨਫਰਮ ਕਰ ਰਹੀ ਹੋਏ। ਹਾਂਜੀ ਹਾਂਜੀ, ਜੇ ਉਹਨੂੰ ਉਦੋਂ ਕੋਈ ਉਲਟ ਹੋਵੇ ਅਤੇ ਅਸੀਂ ਉਹ ਐਡਵਾਈਸ ਨਹੀਂ ਲੈਂਦੇ, ਯੈਸ ਅਪਰੀਸ਼ੀਏਟ ਨਹੀਂ ਕਰਦੇ। ਬਟ ਉਹ ਸਮਟਾਈਮਸ ਹੁਣ ਅੰਗਰੇਜ਼ੀ ਦੇ ਵਿੱਚ ਸੇਇੰਗ ਆ ਦੈਟ you don't listen to what you want to, you listen to what you should. ਸੋ ਉਹ ਵੀ ਤੁਹਾਡੇ ਸਿਚੁਏਸ਼ਨ 'ਤੇ ਡਿਪੈਂਡ ਕਰਦਾ। ਹੁਣ ਆਪਾਂ ਤਾਂ ਪਤਾ ਨਹੀਂ ਰਾਈਟ, ਵੀ ਡੋਂਟ ਨੋ what someone else is going through,
ਹਨਾ। ਪਰ ਜੇ ਚਲੋ ਇਹ ਜਿਹੜੀ ਤੁਹਾਡੀ ਗੱਲ ਹੈ, ਮੈਂ ਇਹਨੂੰ ਜੇ ਬਹੁਤ ਹੀ ਸੌਖੇ ਤਰੀਕੇ ਨਾਲ ਕਹਿਣਾ ਹੋਵੇ ਕਿ ਜੇ ਤੁਹਾਡੇ ਕੋਲ ਤੁਹਾਡੀ ਜਿਹੜੀ ਇਨਕਮ ਹੈ, ਪਹਿਲੀ ਗੱਲ ਤਾਂ ਤੁਹਾਡੀ ਇਹ ਕੈਲਕੂਲੇਸ਼ਨ ਹੈ ਤੁਹਾਡੇ ਇਸ ਵੇਲੇ ਕਰੰਟ ਜਿਹੜੀ ਸਿਚੁਏਸ਼ਨ ਹੈ, ਅਜੇ ਤੁਹਾਨੂੰ ਫਿਊਚਰ 'ਚ ਨਹੀਂ ਪਤਾ ਕਿ ਇਹਦੇ 'ਚੋਂ ਕੀ ਨੁਕਸਾਨ ਹੋ ਜਾਣਾ। ਉਹ ਜ਼ਰੂਰ ਤੁਹਾਡੀ ਇਨਕਮ ਜਾ ਸਕਦੀ ਹੈ, ਤੁਸੀਂ ਮਤਲਬ ਇੱਕ ਇਨਕਮ ਕੈਲਕੂਲੇਟ ਤੇ ਕਰ ਲਈ, ਅੱਜ ਤੁਹਾਡੇ ਕੋਲ ਹੈਗੀ ਆ, ਜੇ 6 ਮਹੀਨੇ ਤੁਹਾਡੀ ਜੌਬ ਚਲੇਗੀ ਫਿਰ ਨਾਲੇ ਉਹਦੇ ਉੱਪਰ ਦੀ ਜੇ ਤੁਸੀਂ ਐਵੇਂ ਵੀ ਗੱਲ ਕਰਨੀ ਹੈ, ਸੋਚੋ ਜੀ ਤੁਸੀਂ ਕੰਮ ਤੇ ਜਾਣੇ ਤੇ ਤੁਹਾਡਾ ਐਕਸੀਡੈਂਟ ਵੀ ਹੋ ਗਿਆ, ਰਾਈਟ, ਗੋਡ ਫੋਰਬਿਡ, ਬਟ ਇਹੀ ਜਿਹੀਆਂ ਚੀਜ਼ਾਂ ਹੋ ਜਾਂਦੀਆਂ ਲਾਈਫ ਦੇ ਵਿੱਚ। ਸੋ ਆਲਵੇਜ਼ ਮੈਂ ਰეკਮੈਂਡ ਕਰਦਾ, ਜੇ ਵੀ ਤੁਸੀਂ ਪ੍ਰੋਪਰਟੀ ਖਰੀਦਣੀ ਆ, ਜੇ ਤੁਹਾਡਾ ਹੈਗਾ ਮਾਈਂਡ ਦੇ ਵਿੱਚ ਲੈਣ ਨੂੰ, ਤੁਹਾਡੇ ਕੋਲ ਸੇਫਟੀ ਨੈਟ ਹੋਣ ਦੀ ਲੋੜ ਆ। ਈਵਨ ਕਈ ਲੋਕ ਇੰਟਰਸਟ ਬਾਰੇ ਵੀ ਕਰਦੇ ਨੇ। ਯੈਸ ਕਿ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਅੱਜ ਇਹ ਇੰਟਰਸਟ ਇਹ ਹੈ, ਹਾਂਜੀ, ਜੇ ਕੱਲ ਨੂੰ ਉੱਤੇ ਚਲੇ ਗਿਆ ਫਿਰ ਪੇਮੈਂਟਾਂ ਨਹੀਂ ਹੋਣੀਆਂ ਫਿਰ ਕਿਉਂਕਿ ਇੰਟਰਸਟ ਰੇਟ ਵੀ ਤੇ ਇੱਥੇ ਆਪਣੇ ਕੰਟਰੀ 'ਚ ਇਹ US 'ਚ ਸਿਸਟਮ ਡਿਫਰੈਂਟ ਹੈ। ਜੇ ਉੱਥੇ 25 ਸਾਲ ਲਈ ਮੌਰਗੇਜ ਹੈ ਤਾਂ 25 ਸਾਲ ਚੇਂਜ ਨਹੀਂ ਹੋਏਗਾ, ਉਸੇ ਰੇਟ ਤੇ ਤੁਹਾਨੂੰ ਮਿਲੇਗਾ। ਉਹ ਉਹਨਾਂ ਦਾ ਟਰਮ ਵੀ ਕਰ ਦਿੰਦੇ ਆ। ਹਾਂਜੀ। ਸੋ ਕਹਿੰਦੇ ਸਾਡੀਆਂ ਟਰਮਾਂ ਹੁੰਦੀਆਂ ਉਹ 3 to 5 years ਹੁੰਦੇ ਆ, ਰਾਈਟ, ਕਹਿੰਦੇ ਮੈਜੋਰਿਟੀ ਲੋਕ ਲੈਂਦੇ ਆ। US ਦੇ ਵਿੱਚ ਉਹਨਾਂ ਦੇ ਟਰਮ ਵੀ 30 ਸਾਲ ਤੱਕ ਦਿੰਦੇ ਆ, ਉਹਨੂੰ ਤਾਂ ਕੋਈ ਫਰਕ ਨਹੀਂ ਹੈਗਾ, ਬਟ ਉਹਨਾਂ ਦੀ ਇਕੋਨਮੀ ਹੈਗੀ ਸਟਰੋਂਗ, ਆਪਣੀ ਇੰਨੀ ਹੈ ਨਹੀਂ ਸਟਰੋਂਗ। ਨਹੀਂ, ਪਰ ਇਸੇ ਕਰਕੇ ਕਿ ਆਪਣੇ ਇਸ ਗੱਲ ਨੂੰ ਵੀ ਕੰਸੀਡਰ ਕਰਨਾ ਚਾਹੀਦਾ ਕਿ ਜੇ ਮੰਨ ਲਿਆ ਅਗਲੇ 2 ਸਾਲਾਂ 'ਚ ਜਾਂ 4 ਸਾਲਾਂ 'ਚ ਰੇਟ ਆਫ ਇੰਟਰਸਟ ਇਸ ਤੋਂ ਉੱਤੇ ਚਲੇ ਗਿਆ, ਕੀ ਫਿਰ ਉਹ ਮੇਰੇ ਲਈ ਅਫੋਰਡੇਬਲ ਹੋਏਗਾ? ਦੈਟਸ ਟਰੂ, ਦੈਟ ਇਜ਼ ਵੈਰੀ ਟਰੂ। ਬਟ ਹੁਣ ਆਪਾਂ ਕਹਿੰਦੇ ਹਾਂ ਲੋਕਾਂ ਨੂੰ ਫਸਾਇਆ, ਰਾਈਟ। ਉਹ ਕਿਹੜੇ ਬੰਦੇ ਦੇ ਤੁਸੀਂ ਮੋਰਗੇਜ ਥਰੂ ਕਰਦੇ ਆ, ਉਹਨਾਂ ਦਾ ਫਰਜ਼ ਆ ਤੇ ਹੱਕ ਆ ਤੁਹਾਨੂੰ ਦੱਸਣ ਦਾ, ਦੇਖੋ ਇਹ ਅੱਜ ਕੱਲ੍ਹ ਰੇਟ ਆ। ਹੁਣ ਜੇ ਆਪਾਂ ਆਪਸ ਦੇ ਵਿੱਚ ਗੱਲ ਕਰਦੇ ਹਾਂ, ਰਾਈਟ, ਪ੍ਰਾਈਮ ਹੈਗਾ ਜੀ 7.2, ਕਿਹੜੇ ਸਾਰੇ ਬੈਂਕ, ਕਿਹੜੇ ਮੈਜੋਰਿਟੀ ਬੈਂਕ ਆ 80% ਲੋਨ ਟੂ ਵੈਲਿਊ ਕਿਹੜੇ ਕਰਦੇ ਆ, ਉਹ ਪ੍ਰਾਈਮ -0.6 ਕਰਦੇ ਆ। ਸੋ ਕਿਹੜਾ 5 ਸਾਲ ਦਾ ਵੇਰੀਏਬਲ ਆਪਾਂ ਸੋਚਦੇ ਹਾਂ, ਉਹ ਹੈਗਾ 6.6। ਬਟ ਫਿਰ ਵੀ ਜੇ ਤੁਸੀਂ ਕੈਲਕੂਲੇਸ਼ਨ ਤਕੜੀ ਕਰਨੀ ਆ, ਫਿਰ ਤੁਸੀਂ 6.6 ਤੇ ਨਾ ਕੈਲਕੂਲੇਟ ਕਰੋ, ਤੁਸੀਂ 7% ਤੇ ਕਰੋ, ਬਿਕਾਜ਼ ਫਿਰ ਤੁਹਾਡੇ ਕੋਲ ਉਹ ਸੇਫਟੀ ਨੈਟ ਹੈਗਾ ਦੈਟ ਦੇਖੋ ਜੇ ਮੈਂ 7% ਤੇ ਇਹ ਪ੍ਰੋਪਰਟੀ ਅਫੋਰਡ ਕਰ ਸਕਦਾ, ਫਿਰ ਇਹਦਾ ਮਤਲਬ ਆ ਦੈਟ ਜੇ ਵੀ ਉੱਪਰ ਨੂੰ ਗਿਆ ਆਈ ਵਿਲ ਬੀ ਕੰਫਰਟੇਬਲ। ਜਾਂ ਫਿਰ ਇਹ ਵੱਡੇ ਘਰ ਨਾ ਵਿਕੇ ਹੁੰਦੇ, ਇਹ ਲੋਕਾਂ ਨੇ ਸਾਰੀਆਂ ਕੀਤੀਆਂ ਹੁੰਦੀਆਂ, ਆਪਣੀ ਚਾਦਰ ਦੇਖ ਕੇ ਪੈਰ ਪਸਾਰੇ ਹੁੰਦੇ। ਉਹ ਤਾਂ ਅਨਫੋਰਚੂਨੇਟ ਆ ਇਹ ਸਿਚੁਏਸ਼ਨ, ਬਿਕਾਜ਼ ਬਹੁਤ ਲੋਕਾਂ ਦਾ ਪ੍ਰੋਪਰਟੀਆਂ ਫੋਰਕਲੋਜ਼ਰ ਦੇ ਵਿੱਚ ਹੁੰਦੀਆਂ। ਅਤੇ ਹੁਣ ਸਮਝ ਲਓ ਜੇ ਕਿਸੇ ਨੇ 15 ਲੱਖ ਦੀ ਪ੍ਰੋਪਰਟੀ ਲੈ ਲਈ ਉਹਨਾਂ ਨੇ, ਉਹ 10 ਲੱਖ ਦੀ ਵੀ ਨਹੀਂ ਅੱਜ ਕੱਲ੍ਹ ਵਿਕਦੀ। ਇੱਕ ਐਕਚੁਅਲੀ ਟੋਰਾਂਟੋ ਦੇ ਵਿੱਚ ਹੋਮ ਸੀ, ਬੰਦੇ ਨੇ 90 ਡੇ ਲਿਸਟ ਕੀਤਾ ਸੀ, ਲਿਸਟ ਪ੍ਰਾਈਸ ਸ਼ੁਰੂ ਹੋਈ ਸੀ 5.3 ਅਤੇ ਇਹ ਵਿਕਿਆ 2.8 ਦਾ। ਤੁਸੀਂ ਹੁਣ ਦੇਖੋ ਇਹ ਬੰਦੇ ਨੇ ਕਿੰਨਾ ਉਹਦਾ ਹੱਥ ਟਾਈਟ ਹੋਇਆ, ਕਿੰਨੇ ਪੈਸੇ ਉਹਨੇ ਲੂਜ਼ ਕੀਤੇ ਇਸ ਮਾਰਕੀਟ ਦੇ ਵਿੱਚ ਸੈੱਲ ਕਰਨ ਨੂੰ। ਦੇਖੋ 5.8 ਦੀ ਲਿਸਟਿੰਗ ਸੀ, 5.8 ਤੋਂ ਉਹ 2.3 ਤੇ ਸੈੱਲ ਹੋਇਆ। ਦੇਖੋ ਜੀ ਕਿੰਨੇ ਲੱਖ ਡਾਲਰ ਲੂਜ਼ ਕਰ ਗਿਆ। ਤੇ ਬਹੁਤ ਨੇ ਇਸ ਤਰ੍ਹਾਂ, ਬਹੁਤ ਲੋਕਾਂ ਦਾ ਐਵੇਂ ਸਿਚੁਏਸ਼ਨ ਆ। ਅਨਫੋਰਚੂਨੇਟ ਆ, ਬਟ ਉਹ ਜੀ ਗੱਲ ਹੁੰਦੀ ਆ ਦੈਟ ਜੇ ਲੋਕਾਂ ਨੇ ਕਿਵੇਂ ਤੁਸੀਂ ਕਹਿੰਦੇ ਸੀ ਰਨ ਅਰਾਊਂਡ ਨਹੀਂ ਫਾਈਂਡ ਕੀਤਾ ਇਹ ਚੀਜ਼ਾਂ ਕਰਨ ਦਾ, ਫਿਰ ਇਹ ਜਿਹੀਆਂ ਚੀਜ਼ਾਂ ਹੋਣੀਆਂ ਨਹੀਂ ਸੀ। ਇਟਸ ਨਾਟ ਪੋਸੀਬਲ। ਖੈਰ ਜੀ, ਇਹ ਆਪਣਾ ਜਿਵੇਂ ਕਹਿੰਦੇ ਨੇ ਜੇ ਲੈਸਨ ਲਿਆ ਜਾ ਸਕੇ, ਪਹਿਲੀ ਗੱਲ ਤਾਂ ਅਸਲ 'ਚ ਲੈਸਨ ਤਾਂ ਇਹੀ ਹੈ ਕਿ ਜੇ ਲਾਈਫ ਦੇ 'ਚ ਸਾਰੇ ਜਿਹੜੇ ਕੁਛ ਕਾਇਦੇ ਕਾਨੂੰਨ ਬਣਾਏ ਹੋਏ ਨੇ, ਸਿਸਟਮ ਨੇ, ਜੇ ਅਸੀਂ ਉਹਨਾਂ ਨੂੰ ਤੋੜ ਕੇ ਅੱਗੇ ਲੰਘਣ ਦੀ ਕੋਸ਼ਿਸ਼ ਕਰਾਂਗੇ ਤੇ ਕਈ ਵਾਰ ਫਿਰ ਬਹੁਤ ਛੇਤੀ ਉਹਦੇ ਨੁਕਸਾਨ ਤਾਂ ਹਾਂਜੀ ਹੁੰਦਾ। ਨਾਲੇ ਦੂਜੀ ਚੀਜ਼ ਦੈਟ ਜੇ ਤੁਸੀਂ ਕਿਸੇ ਨਾਲ ਗੱਲਾਂ ਕਰਦੇ ਆ, CPA ਹੋਵੇ, ਲੋਇਰ ਹੋਵੇ, ਮੋਰਗੇਜ ਏਜੰਟ ਹੋਵੇ, ਬਿਲਡਰ ਹੋਵੇ, ਕੁਛ ਮਰਜ਼ੀ ਹੋਵੇ, ਤੁਸੀਂ ਬਸ ਕੋਸ਼ਿਸ਼ ਕਰਿਆ ਕਰੋ ਦੈਟ ਕੀ ਤੁਸੀਂ ਗੱਲ ਸੁਣਨੀ ਆ ਉਹ ਤੁਹਾਨੂੰ ਬੈਨੀਫਿਟ ਕਰੂ ਓਨੈਸਟਲੀ। ਜੇ ਤੁਸੀਂ ਤੁਹਾਡੇ ਆਪ ਨੂੰ ਕਹਿ ਸਕਦੇ ਆ ਦੈਟ ਉਹ ਗੱਲ ਨੇ ਹਾਂਜੀ ਮੈਨੂੰ ਬੈਨੀਫਿਟ ਕਰਨਾ, ਫਿਰ ਤੁਸੀਂ ਉਹ ਗੱਲ ਨਾਲ ਮੂਵ ਫੋਰਵਰਡ ਹੋ। ਪਰ ਜੇ ਤੁਸੀਂ ਸਮਟਾਈਮ ਸੁਣ ਕੇ ਕਿਹੜੀਆਂ 2-3 ਸ਼ਬਦ ਤੁਸੀਂ ਸੈਂਟੈਂਸ ਦੇ ਵਿੱਚ ਸੁਣਦੇ ਆ, ਫਿਰ ਤੁਹਾਨੂੰ ਪਤਾ ਦੈਟ ਤੁਸੀਂ ਗਲਤੀ ਕਰਦੇ ਆ ਆਲਵੇਜ਼। ਬਹੁਤ ਸ਼ੁਕਰੀਆ ਗੁਨੀਤ, ਤੁਸੀਂ ਬੜੀਆਂ ਸਿੰਪਲ ਜਿਹੀਆਂ ਗੱਲਾਂ ਨੇ ਇਹ, ਪਰ ਇਹੀ ਜੇ ਸਿੰਪਲ ਗੱਲਾਂ ਨੂੰ ਅਸੀਂ ਸਮਝਿਆ ਹੁੰਦਾ ਤਾਂ ਥੋੜ੍ਹਾ ਜਿਹਾ ਸਿਚੁਏਸ਼ਨ ਡਿਫਰੈਂਟ ਹੋ ਸਕਦੀ ਸੀ। ਹਾਂਜੀ। ਸੋ ਬਹੁਤ ਸ਼ੁਕਰੀਆ ਤੁਹਾਡਾ। ਤੁਸੀਂ ਆਪਣਾ ਕੋਈ ਕੰਟੈਕਟ ਨੰਬਰ ਸ਼ੇਅਰ ਕਰਨਾ ਚਾਹੋਗੇ? ਹਾਂਜੀ, ਥੈਂਕ ਯੂ ਜੀ, ਤੁਸੀਂ ਆਪਾਂ ਨੂੰ ਔਨ 에ਅਰ ਕੀਤਾ। ਹੋਪਫੁਲੀ ਐਵਰੀਵਨਸ ਲਰਨ ਸਮਥਿੰਗ ਟੁਡੇ। ਜੇ ਤੁਹਾਡੇ ਕੋਲ ਜੀ ਕੋਈ ਕੁਐਸਚਨ ਹੈਗੇ ਆ, ਜੇ ਇਨਕੁਆਇਰੀਆਂ ਹੈਗੀਆਂ, ਜੇ ਤੁਸੀਂ ਫਸੇ ਪਏ ਆ ਜਾਂ ਤੁਹਾਡੀ ਮੋਰਗੇਜ ਅਪਰੂਵ ਨਹੀਂ ਹੁੰਦੀ ਜਾਂ ਇਹ ਜਾਂ ਕੋਈ ਸਿਚੁਏਸ਼ਨ ਆ, ਪਲੀਜ਼ ਡੋਂਟ ਹੈਜ਼ੀਟੇਟ ਟੂ ਕਾਲ ਐਟ 647-988-2854.
that is 647 988 2854.